ਮੈਨੂੰ ਕਿਸੇ ਬੰਦੇ ਨੇ ਕਿਹਾ, ਮੈਨੂੰ ਕਹਿੰਦਾ ਵੀ ਜੇ ਸਮੇਧ ਸੈਣੀ ਇਹ ਭਰਤੀ ਨਾ ਹੁੰਦਾ ਨਾ, ਕਹਿੰਦਾ ਇਹ ਦਾਊਦ ਦਾ ਬਾਪ ਹੁੰਦਾ। ਇਹਦਾ ਮਾਈਂਡ ਕ੍ਰਿਮੀਨਲ ਹੈ ਜੀ। ਜਿਵੇਂ ਕਿਸੇ ਦੀਆਂ ਹੱਡੀਆਂ ਟੁੱਟਦੀਆਂ ਕੁਛ ਹੁੰਦਾ ਹੈ, ਇਹਨੂੰ ਤਾਂ ਮਜ਼ਾ ਆਉਂਦਾ ਸੀ। ਤੇ ਬਹੁਤ ਜ਼ਿਆਦਾ ਧੱਕਾ ਹੋਇਆ ਹੈ, ਬਹੁਤ ਬੇਕਿਰਕ ਬੰਦਾ ਜੀ ਇਹ ਸਮੇਧ ਸੈਣੀ। ਹੁਣ ਮੇਰੇ ਸਮੇਧ ਸਿੰਘ ਸੈਣੀ ਕਹਿ ਹੋ ਗਿਆ, ਸਿੰਘ ਵਾਲੀ ਤਾਂ ਗੱਲ ਇਹਦੇ 'ਚ ਹੈ ਨਹੀਂ, ਇਹ ਤਾਂ ਬੁੱਚੜਾ ਵਾਲੀ ਦੀ ਗੱਲ ਆ। ਜਿੱਡਾ ਇਹ ਸ਼ੇਰ ਬਣਦਾ ਸੀ ਉੱਡੀ ਸ਼ੇਰ ਵਾਲੇ ਇਹ ਤਾਂ ਗਿੱਦੜ ਦੇ ਬਰਾਬਰੀ ਨਹੀਂ ਇਹਨੇ ਕਰੀ ਕਿ ਸਮੇਧ ਸੈਣੀ ਫੜਿਆ ਹੈ। ਬੜੀ ਦਿਲ ਨੂੰ ਤਸੱਲੀ ਹੋਈ। ਕੱਲ੍ਹ ਦੇਖਿਆ ਹੀ ਹੈ ਕਿ ਵਾਕਿਆ ਹੀ ਸਰਕਾਰ ਨੇ ਵੀ ਕੋਈ ਗੋਂਗਲੂਆਂ 'ਤੇ ਮਿੱਟੀ ਝਾੜਨੇ ਵਾਲੀ ਇਹ ਗੱਲ ਕਰੀ ਹੈ। ਜਦ ਤੱਕ ਇਹ ਅੰਦਰ ਨਹੀਂ ਜਾਂਦਾ ਕਿਸੇ ਨੇ ਨਹੀਂ ਉੱਠਣਾ ਹੈ। ਤੁਸੀਂ ਸਮੇਧ ਸਿੰਘ ਸੈਣੀ ਨੇ ਤੁਹਾਨੂੰ ਵੀ ਇੰਟੈਰੋਗੇਟ ਕੀਤਾ ਹੋਇਆ, ਤੁਹਾਡੇ ਨਾਲ ਪੁੱਛਗਿੱਛ ਹੋਈ ਹੈ? ਇਹਨੇ ਸਮੇਧ ਸੈਣੀ ਨੇ ਮੈਨੂੰ ਆਪ ਕਿਹਾ, ਕਹਿੰਦਾ ਵੀ ਕੱਪੜੇ ਉਤਾਰ। ਉਸ ਤੋਂ ਬਾਅਦ ਇਹਨੇ ਫਿਰ ਮੈਨੂੰ ਆਪ ਕਿਹਾ ਹੈ, ਮੈਨੂੰ ਕਹਿੰਦਾ ਵੀ ਮੈਂ ਮਾਰਿਆ ਹੈ। ਕਹਿੰਦਾ ਤੇਰਾ ਭਾਈ, ਇੱਕ ਤਾਂ ਤੇਰਾ ਭਾਈ ਤੇ ਚਲ ਗਿਆ, ਹੁਣ ਆਪਣੇ ਬੁੜੇ ਨੂੰ ਕਹਿੰਦਾ ਸਮਝਾ ਦੀ। ਇੰਨਾ ਕਿ ਜਦ ਇਹਦੀ ਜ਼ਬਾਨ ਤੋਂ ਹੁਣ ਇੱਕ ਦਿਨ 'ਚ ਹੀ ਹੋ ਗਈ। ਇਹ ਮੈਨੂੰ ਪਲੇਟ ਤਾਂ ਇਹਦੀ ਐਡੀ ਤਕੜੀ ਹੈ ਸੈਣੀ ਦੀ, ਇਹਨੇ ਮਤਲਬ ਕਿਸੇ ਤਰੀਕੇ ਕਾਗਜ਼ ਕੋਈ ਕਿਸੇ ਨੂੰ ਲੱਭਣੇ ਨਹੀਂ ਦੇਣਾ ਜੀ। ਕੰਪਲੇਨੈਂਟ ਕਰੂਗਾ ਕਿਆ, ਉਹਨੂੰ ਪੇਪਰ ਨਹੀਂ ਮਿਲਣੇ, ਪੇਪਰ ਸਾਰੇ ਪ੍ਰਸ਼ਾਸਨ ਨੇ ਦੇਣੇ। ਪ੍ਰਸ਼ਾਸਨ ਪਰ ਅੱਜ ਵੀ ਇਹਦੀ ਪੁਲਿਸ ਪਰ ਗ੍ਰਿਪ ਹੈ। ਪੁਲਿਸ ਹੀ ਤਾਂ ਡਰਦੀ ਹੈ, ਅੱਜ ਦੇ ਟਾਈਮ ਵੀ ਡਰਦੀ ਹੈ, ਚਾਹੇ ਕਹੇ ਨਾ ਕਹੇ ਜੀ, ਪੁਲਿਸ ਡਰਦੀ ਹੈ। ਕਹਿੰਦੇ ਦੇਖੀ ਜਾਇਓ, ਮੈਨੂੰ ਤਾਂ ਜਿੱਥੇ ਤੱਕ ਮੈਨੂੰ ਆਸ ਹੈਗੀ ਹੈ, ਮੈਨੂੰ ਇਹ ਵੀ ਆਸ ਹੈ ਕਿ ਭਲੀ ਕਿਸੇ ਛੋਟੇ ਅਫਸਰ ਦੀ ਚੜ੍ਹਾ ਦੇਣੀ ਹੁਣ ਇਹਨਾਂ ਨੇ। ਸਾਬਕਾ ਡੀਜੀਪੀ ਸਮੇਧ ਸਿੰਘ ਸੈਣੀ ਦੀ ਅਰੈਸਟ ਤੋਂ ਬਾਅਦ ਉਹ ਸਾਰੇ ਲੋਕਾਂ 'ਚ ਉਮੀਦ ਜਾਗ ਉੱਠੀ ਸੀਗੀ, ਜਿਹੜੇ ਉਹਨਾਂ ਦੇ ਖਿਲਾਫ ਜਿਹੜੇ ਇਲਜ਼ਾਮ ਲੱਗਦਾ ਵੀ ਉਹਨਾਂ ਨੇ ਪੰਜਾਬ 'ਚ ਬਹੁਤ ਸਾਰੇ ਨੌਜਵਾਨਾਂ ਨੂੰ ਫੇਕ ਇਨਕਾਊਂਟਰ 'ਚ ਮਾਰਿਆ। ਉਹ ਸਾਰੇ ਲੋਕਾਂ 'ਚ ਇੱਕ ਉਮੀਦ ਜਾਗੀ ਸੀਗੀ ਵੀ ਉਹਨਾਂ ਨੂੰ ਵੀ ਨਿਆਂ ਮਿਲੂਗਾ। ਐਸੇ ਹੀ ਕੇਸ ਨਾਲ, ਐਸੇ ਹੀ ਪਰਿਵਾਰ ਨਾਲ ਅੱਜ ਅਸੀਂ ਆਏ ਹਾਂ, ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦਾ ਮਸਲਾ ਅਤੇ ਕਿੱਥੇ ਖੜੀ ਹੈ ਸਾਰੀ ਗੱਲ। ਸਾਡੇ ਨਾਲ ਮੌਜੂਦ ਨੇ ਰੂਪਨਗਰ ਤੋਂ ਰਣਜੀਤ ਸਿੰਘ ਜੀ, ਜਿਨ੍ਹਾਂ ਦੇ 30 ਸਾਲ ਪਹਿਲਾਂ ਭਰਾ ਦਾ ਝੂਠੇ ਮੁਕਾਬਲੇ 'ਚ ਮਾਰੇ ਗਏ ਸੀਗੇ ਗੁਰਮੀਤ ਸਿੰਘ। ਰਣਜੀਤ ਜੀ, ਪ੍ਰੋ ਪੰਜਾਬ TV 'ਤੇ ਬਹੁਤ ਬਹੁਤ ਸਵਾਗਤ ਹੈ। ਅਤੇ ਸਭ ਤੋਂ ਪਹਿਲਾਂ ਤਾਂ ਸਮੇਧ ਸਿੰਘ ਸੈਣੀ ਦੀ ਅਰੈਸਟ ਹੁੰਦੀ ਹੈ ਪਰਸੋਂ, ਸਰਕਾਰ ਕਰਦੀ ਹੈ, ਵਿਜੀਲੈਂਸ ਕਰਦੀ ਹੈ। ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗਦੀ ਹੈ, ਖਬਰ ਪਤਾ ਲੱਗਦੀ ਹੈ, ਕਿਵੇਂ ਮਹਿਸੂਸ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦੀ ਹਾਂ ਪਹਿਲਾਂ ਪ੍ਰੋ ਪੰਜਾਬ ਟੀਮ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਪੱਖ ਦੱਸਣ ਲਈ ਮੇਰੇ ਭਰਾ ਦਾ ਜਿਹੜਾ ਫੇਕ ਇਨਕਾਊਂਟਰ ਸਮੇਧ ਸੈਣੀ ਨੇ 1991 ਵਿੱਚ ਕਰਿਆ ਸੀ, ਉਹ ਪੱਖ ਦੱਸਣ ਦਾ ਮੌਕਾ ਦਿਆ। ਅਤੇ ਅੱਗੇ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਸ ਦਿਨ ਸਾਨੂੰ ਇਹ ਹੁਣ ਪ੍ਰੈਜ਼ੈਂਟ ਅੱਜ ਸਾਨੂੰ ਪਤਾ ਲੱਗਿਆ ਪਰਸੋਂ ਕਿ ਸਮੇਧ ਸੈਣੀ ਫੜਿਆ ਹੈ, ਬੜੀ ਦਿਲ ਨੂੰ ਤਸੱਲੀ ਹੋਈ। ਬੜਾ ਇਹ ਸਾਨੂੰ ਜ਼ਰੂਰ ਹੋਇਆ ਹੈ ਕਿ ਥੋੜ੍ਹੀ ਜਿਹੀ ਰਿਲੀਫ ਸਾਨੂੰ ਜ਼ਰੂਰ ਮਿਲੀ, ਪਰ ਨਾਲ ਲੱਗਦਾ ਕਿਤੇ ਨਾ ਕਿਤੇ ਸਾਡੇ ਮਨ 'ਚ ਇਹ ਜ਼ਰੂਰ ਸੀ ਕਿ ਇਹਨੂੰ ਹੁਣ ਕਿਤੇ ਜਿਵੇਂ ਅੱਗੇ ਇਹਦੀਆਂ ਬੇਲਾਂ ਹੁੰਦੀਆਂ ਰਹੀਆਂ, 302 ਵਰਗੇ ਜਿਹੜੇ ਕਤਲ ਦੇ ਵਿੱਚ ਕਦੇ ਹੋਈਆਂ ਨਹੀਂ ਹੈਗੀਆਂ, ਉਹਨਾਂ 'ਚ ਵੀ ਇਹਨਾਂ ਦੀਆਂ ਬੇਲਾਂ ਹੋਈਆਂ ਰਹੀਆਂ। ਅਤੇ ਹੋ ਸਕਦਾ ਕੋਈ ਇਹੋ ਜਿਹੀ ਸਾਜ਼ਿਸ਼ ਵਾਲੀ ਕੋਈ ਗੱਲ ਨਾ ਹੋਵੇ ਕਿ ਗੋਂਗਲੂਆਂ 'ਤੇ ਮਿੱਟੀ ਝਾੜਨੇ ਵਾਲੀ ਗੱਲ ਇਹ ਹੋਵੇ। ਪਰ ਉਹ ਹੁਣ ਅਸੀਂ ਕੱਲ੍ਹ ਦੇਖਿਆ ਹੀ ਹੈ ਕਿ ਵਾਕਿਆ ਹੀ ਸਰਕਾਰ ਨੇ ਵੀ ਕੋਈ ਗੋਂਗਲੂਆਂ 'ਤੇ ਮਿੱਟੀ ਝਾੜਨੇ ਵਾਲੀ ਇਹ ਗੱਲ ਕਰੀ ਹੈ ਕਿ ਮੌਕੇ 'ਤੇ ਫੜਿਆ। ਬੜੀ ਕੱਚੀ ਖੇਲ ਕਹਿ ਸਕਦੇ ਹਾਂ ਕਿ ਖੇਲੀ ਹੈ ਇਹਨਾਂ ਨੇ। ਬੜਾ ਮਤਲਬ ਮਨ ਨੂੰ ਇੰਨਾ ਦੁੱਖ ਲੱਗਿਆ। ਪਹਿਲਾਂ ਇਹ ਸੀ ਕਿ ਹੋਰ ਜਿਹੜੇ ਪਰਿਵਾਰ ਹੈ ਕਿ ਉਹ ਵੀ ਉੱਠਣਗੇ ਇਸ ਨਾਲ ਜੇ ਅੰਦਰ ਜਾਊਗਾ। ਜਦ ਤੱਕ ਇਹ ਅੰਦਰ ਨਹੀਂ ਜਾਂਦਾ ਕਿਸੇ ਨੇ ਨਹੀਂ ਉੱਠਣਾ ਹੈ ਜੀ, ਕਿਉਂਕਿ ਪ੍ਰਸ਼ਾਸਨ ਸਭ ਤੋਂ ਇਹਦੀ ਪਕੜ ਇੰਨੀ ਕੁ ਹੈਗੀ ਹੈ ਕਿ ਕਿਸੇ ਤਰੀਕੇ ਕੋਈ ਸੋਚੇ ਨਹੀਂ ਸਕਦਾ। ਸਮੇਧ ਸਿੰਘ ਸੈਣੀ ਦੇ ਖਿਲਾਫ ਤੁਸੀਂ ਲਗਾਤਾਰ ਲੜਾਈ ਲੜ ਰਹੇ ਹੋ, ਕਿਉਂਕਿ ਤੁਹਾਡਾ ਪਰਿਵਾਰ ਦਾ ਇੱਕ ਮੈਂਬਰ ਹੈ ਜਿਹੜਾ ਤੁਸੀਂ ਇਲਜ਼ਾਮ ਲਾਉਂਦੇ ਹੋ ਵੀ ਉਹ ਫੇਕ ਇਨਕਾਊਂਟਰ 'ਚ ਮਾਰਿਆ ਗਿਆ ਚੰਡੀਗੜ੍ਹ 'ਚ, ਅਤੇ ਉਦੋਂ ਸਮੇਧ ਸਿੰਘ ਸੈਣੀ ਉੱਥੇ SSP ਸੀ। ਅਤੇ ਤੁਸੀਂ ਸਮੇਧ ਸਿੰਘ ਸੈਣੀ ਨੇ ਤੁਹਾਨੂੰ ਵੀ ਇੰਟੈਰੋਗੇਟ ਕੀਤਾ ਹੋਇਆ, ਤੁਹਾਡੇ ਨਾਲ ਪੁੱਛਗਿੱਛ ਹੋਈ ਹੈ, ਉਹ ਕਦੋਂ ਹੋਈ ਸੀ, ਕੀ ਹੈ ਪੂਰਾ ਮਾਮਲਾ? ਅਸਲ ਮੈਂ ਥੋੜ੍ਹੀ ਜਿਹੀ ਸ਼ਾਰਟ 'ਚ ਵਿਸਥਾਰ 'ਚ ਦੱਸਣਾ ਚਾਹੁੰਦਾ ਹੈ ਕਿ ਮੇਰਾ ਭਰਾ ਗੁਰਮੀਤ ਸਿੰਘ ਪੱਕਾ ਬਾਗ ਰੋਪੜ ਤੋਂ, ਇਹ ਰੋਪੜ ਕਾਲਜ ਪੜ੍ਹਦਾ ਸੀ। ਇਸ ਦਾ ਦੋਸਤ ਸੀ ਇੱਕ ਉੱਥੇ ਗੁਰਿੰਦਰ ਸਿੰਘ ਖੈਰਾਬਾਦ ਤੋਂ। ਇਹ ਕਾਲਜ ਪੜ੍ਹਦੇ ਸੀ। ਕਾਲਜ 'ਚ ਉਸਨੂੰ ਪੁਲਿਸ ਨੇ ਮਾਰਤਾ। ਮਤਲਬ ਉਹਦੀ ਡੈੱਡ ਬੋਡੀ ਵੀ ਕਿ ਗੰਨੇ ਦੇ ਖੇਤਾਂ 'ਚ
ਇੱਕ ਪਿੰਜਰੇ ਮਿਲਿਆ ਉਹਦਾ। ਉਸ ਦੇ ਵਿੱਚ ਕੁਦਰਤੀ ਹੈ ਕਿ ਜਦ ਆਪਾਂ ਕਾਲਜ ਪੜ੍ਹਦੇ ਹਾਂ ਤਾਂ ਉਹਦਾ ਵਿਦਰੋਹ ਵੀ ਹੁੰਦਾ ਹੈ, ਉਹ ਚੀਜ਼ ਦਾ ਗੁੱਸਾ ਵੀ ਹੁੰਦਾ ਆ। ਇਹਨਾਂ ਨੇ ਰਲ ਮਿਲ ਕੇ ਸਟ੍ਰਾਈਕ ਕਰੀ, ਉਸ ਦੇ ਵਿੱਚ ਪੁਲਿਸ ਦੀ ਨਿਗਾਹ 'ਚ ਚੜ੍ਹ ਗਿਆ। ਪੁਲਿਸ ਨੇ ਇਹਨੂੰ ਉੱਥੇ ਮੌਕੇ ਤੋਂ ਇਹਨੇ ਮਤਲਬ ਕੁਛ ਦਿਨਾਂ 'ਚ ਇਹਨੂੰ ਉੱਥੇ ਤੋਂ ਚੱਕ ਲਿਆ, ਕਾਲਜ ਤੋਂ ਚੱਕਿਆ ਹੈ। ਅਤੇ ਇੱਕ ਮੈਂ ਥੋੜ੍ਹੀ ਜਿਹੀ ਐਡੀਸ਼ਨ ਜ਼ਰੂਰ ਗੱਲ ਕਰਨੀ ਚਾਹੁੰਦਾ ਕਿ ਗੁਰਮੀਤ ਸਿੰਘ ਦਾ ਇੱਕ ਵਾਰ ਨਹੀਂ 2 ਵਾਰ ਇਹਨੂੰ ਮਾਰਿਆ ਗਿਆ ਆ। ਉਸ ਤੋਂ ਬਾਅਦ ਜੀ ਇਹਨੂੰ ਪੁਲਿਸ ਲੈ ਗਈ। ਇੱਥੇ ਰੌਲਾ ਪੈ ਗਿਆ ਕਿ ਸੁਹਾਣੇ ਥਾਣੇ ਵਿੱਚ ਜਾਂ ਕੁਲਵਿੰਦਰ ਕਿੱਡ ਉਹਨਾਂ ਨਾਲ ਕਿ ਗੁਰਮੀਤ ਸਿੰਘ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ। ਪਰ ਚਲੋ ਅਸੀਂ ਆਪਣੇ ਕੁਦਰਤੀ ਕੋਈ ਲਾ ਕੇ ਕੋਈ ਕਹਿ ਸੁਣ ਕੇ ਕਿਸੇ ਦੇ ਅਸੀਂ ਪਤਾ ਕਰਿਆ ਤਾਂ ਗੁਰਮੀਤ ਸਿੰਘ ਸਾਨੂੰ ਪੁਲਿਸ ਨੇ ਮਿਲਾਤਾ ਕਿ ਉਹ ਹੈਗਾ ਆ। ਅਤੇ ਚਲੋ ਉਹ ਛੁੱਟ ਕੇ ਆਇਆ ਜੀ। ਛੁੱਟ ਕੇ ਆਉਣ ਤੋਂ ਬਾਅਦ ਕਿ ਪੁਲਿਸ ਦਾ ਉਹੀ ਰਵੱਈਆ ਰਿਹਾ, ਪੁਲਿਸ ਨੇ ਉਵੇਂ ਹੀ ਤੰਗ ਕਰਨਾ। ਉਹ ਕੁਦਰਤੀ ਜੀ ਘਰ ਤੋਂ ਫਿਰ ਉਹ ਸਾਈਡ ਹੋ ਗਿਆ, ਸਾਈਡ ਹੋਇਆ ਜੀ। ਮੈਂ ਵੀ ਸਾਈਡ ਰਿਹਾ ਜੀ, ਉਹ ਵੀ ਰਿਹਾ। ਕਿ ਘਰ 'ਚ ਨਾਲ ਸਾਡੇ ਥਾਣਾ ਹੈ, ਨਾਲੇ ਥਾਣਾ ਆ ਸਾਡੇ ਦੇ ਜਦੇ ਸਾਡੇ ਰੇਡ ਬਿਨਾਂ ਗੱਲ ਤੋਂ ਕਿਤੇ ਵੀ ਕੋਈ ਗੱਲ ਹੋਣੀ ਹੈ ਜਦੇ ਘਰ 'ਚ ਰੇਡ ਹੁੰਦੀ ਸੀ। ਉਹ ਵੀ ਸਾਈਡ ਹੋ ਗਿਆ, ਮੈਂ ਵੀ ਸਾਈਡ ਹੋ ਗਿਆ। 4/5/1991 ਨੂੰ ਅਸੀਂ ਅਖਬਾਰ ਦੇ ਰਾਹੀਂ ਪੜ੍ਹਿਆ ਕਿ ਸਾਡੇ ਭਰਾ ਦਾ ਉੱਥੇ ਬਹੁਤ ਬੜਾ ਇਹਨਾਂ ਨੇ ਕਰਕੇ ਕਿ ਵੀ ਉੱਥੇ 45 ਸੈਕਟਰ ਡੈਰੀ ਸੀ। ਚੰਡੀਗੜ੍ਹ ਦੀ ਗੱਲ ਹੈ ਨਾ, ਚੰਡੀਗੜ੍ਹ ਦੇ 45 ਸੈਕਟਰ ਉਹ ਡੈਰੀ 'ਤੇ ਆਉਂਦੇ ਹੈ। ਚੰਡੀਗੜ੍ਹ 45 ਸੈਕਟਰ ਡੈਰੀ 'ਤੇ ਉੱਥੇ ਇਹਨਾਂ ਨੇ ਦਿਖਾਇਆ ਕਿ ਉੱਥੇ ਇਹਨਾਂ ਨੂੰ ਮਤਲਬ ਕਿ ਉੱਥੇ ਮਾਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਅਸੀਂ ਇਸ ਦੀ ਜਾਂਚ ਦੀ ਵੀ ਸਾਡੇ ਚਾਚਾ ਜੀ ਸਰਦਾਰ ਸਾਧੂ ਸਿੰਘ 'ਤੇ, ਕਿਉਂਕਿ ਮੰਮੀ ਦੀ ਡੈਥ ਮੇਰੀ 15 ਦਿਨ ਪਹਿਲਾਂ ਹੋ ਗਈ ਸੀ, ਫਾਦਰ ਸਾਹਿਬ ਮੇਰੇ ਪਹਿਲਾਂ ਚੜ੍ਹਾਈ ਕਰ ਗਏ ਸੀ, ਘਰ 'ਚ ਕੋਈ ਵੀ ਨਹੀਂ ਸੀ। ਅਤੇ ਉਸ ਤੋਂ ਬਾਅਦ ਚਾਚਾ ਜੀ ਨੇ ਪੈਰਵਾਈ ਥੋੜ੍ਹੀ ਕਰੀ ਹੈ। ਉਹਨਾਂ ਨੇ ਜਦ ਕਰਕੇ ਕਦੇ ਉੱਥੇ ਪ੍ਰਸ਼ਾਸਨ ਨੂੰ ਮਿਲਣਾ ਚੰਡੀਗੜ੍ਹ, ਪਰ ਜੀ ਉੱਥੇ ਕੋਈ ਸੁਣਵਾਈ ਨਹੀਂ ਹੋਈ, ਕੋਈ ਵੀ ਕਿਸੇ ਤਰ੍ਹਾਂ ਦੀ ਸਾਡੀ ਸੁਣਵਾਈ ਨਹੀਂ ਹੋਈ। ਉਸੇ ਬਿਹਾਵ 'ਚ ਇੱਕ ਦਬਕਾ ਮਾਰਨ 'ਚ SSP ਸਮੇਤ ਸਿੰਘ ਸੈਣੀ ਨੇ ਇਹਨੇ ਉੱਥੇ ਮੈਨੂੰ ਇੱਥੇ ਤੋਂ ਘਰ ਤੋਂ ਚੱਕਿਆ। ਇਹਨੇ ਘਰ ਤੋਂ ਚੱਕ ਕੇ ਮੈਨੂੰ ਇੰਟੈਰੋਗੇਸ਼ਨ ਬਹੁਤ ਕਰਿਆ। 2 ਮਹੀਨੇ ਬਾਅਦ ਦੀ ਗੱਲ ਹੈ। ਅਤੇ ਇਹਨੇ ਇੰਟੈਰੋਗੇਸ਼ਨ ਕਰਿਆ ਇੱਕ ਦਬਕਾ ਮਾਰਨ ਲਈ ਬਜ਼ੁਰਗਾਂ 'ਤੇ। ਮੈਨੂੰ ਕਿਹਾ ਇਹਨੇ ਇੰਟੈਰੋਗੇਸ਼ਨ ਜਦ ਇੰਟੈਰੋਗੇਸ਼ਨ ਕਰਕੇ ਇਹਨੇ ਮੈਨੂੰ ਕਿਹਾ ਕਿ ਆਪਣੇ ਬੁੱਢੇ ਨੂੰ ਸਮਝਾ ਦੀ ਕਿ ਉਹ ਬਹਿ ਜਾਵੇ ਟਿਕ ਕੇ, ਨਹੀਂ ਇੱਕ ਤਾਂ ਗਿਆ, ਇਹ ਦੂਆ ਵੀ ਉਹੀ ਰਾਹ ਜਾਊਗਾ। ਤੁਹਾਡੀ ਉਮਰ ਉਸ ਟਾਈਮ ਕਿੰਨੇ ਸਾਲਾਂ ਦੀ ਸੀਗੀ? ਮੇਰੀ ਉਮਰ ਬਹੁਤ ਛੋਟੀ ਸੀ ਜੀ, ਛੋਟੀ ਉਮਰ ਸੀ ਮੇਰੀ। ਅਤੇ ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ ਇੰਨਾ ਕੁਛ। ਮੈਂ ਤਾਂ ਦੇਖ ਕੇ ਆਪ ਕਿ ਬਹੁਤ ਜ਼ਿਆਦਾ ਮੇਰੇ ਨਾਲ ਆਪ ਦੀ ਹੋਈ ਹੈ। ਜੋ ਗੁਰਮੀਤ ਨਾਲ ਹੋਈ ਉਹ ਤਾਂ ਹੁਣ ਕਿ ਉਹੀ ਜਾਣਦਾ ਹੈ ਜਾਂ ਮਹਾਰਾਜ ਜਾਣਦਾ ਆ। ਅਤੇ ਬਹੁਤ ਜ਼ਿਆਦਾ ਧੱਕਾ ਹੋਇਆ ਹੈ, ਬਹੁਤ ਬੇਕਿਰਕ ਬੰਦਾ ਜੀ ਇਹ ਮੈਂ ਤਾਂ ਸਮੇਤ ਸੈਣੀ, ਹੁਣ ਮੇਰੇ 'ਤੇ ਸਮੇਤ ਸਿੰਘ ਸੈਣੀ ਕਹਿ ਹੋ ਗਿਆ। ਸਿੰਘ ਵਾਲੀ ਤਾਂ ਗੱਲ ਇਹਦੇ 'ਚ ਹੈ ਨਹੀਂ, ਇਹ ਤਾਂ ਬੁੱਚੜਾਂ ਵਾਲੀ ਇਹਦੀ ਗੱਲ ਆ ਅਤੇ ਗਿੱਦੜਾਂ ਵਾਲੀ ਇਹ ਗੱਲ ਆ। ਗਿੱਦੜਾਂ ਵਾਲੀ ਗੱਲ ਹੁਣ ਆਪਾਂ ਦੇਖਦੇ ਹਾਂ, ਮੈਂ ਜਿਵੇਂ ਸੁਣਦਾ ਸੀ ਖਬਰਾਂ 'ਚ ਕਿ ਉੱਥੇ ਵੀ ਇਹਦਾ ਜਿੱਡਾ ਇਹ ਸ਼ੇਰ ਬਣਦਾ ਸੀ ਉੱਡੀ ਸ਼ੇਰ ਵਾਲਾ ਇਹ ਤਾਂ ਗਿੱਦੜ ਦੇ ਬਰਾਬਰੀ ਨਹੀਂ ਇਹਨੇ ਕਰੀ। ਮਤਲਬ ਕਿ ਹਾਲਾਤ ਇੰਨੇ ਕੁ ਹੋਏ ਵੇ ਆ ਜੀ ਕਿ ਲੋਕਾਂ ਨੂੰ ਆਸ ਜ਼ਰੂਰ ਹੋਈ ਸੀ, ਪਰ ਆਸਾਂ ਤੇ ਨਾਲ ਲੱਗਦੇ ਹੀ ਨਾ ਕਿ ਲਾ ਲਈਏ ਕਿ ਕੁਛ ਦਿਨ ਤਾਂ ਕੱਢਦੇ, ਆਸਾਂ ਤੇ ਨਾਲ ਲੱਗਦਾ ਪਾਣੀ ਫਿਰਿਆ ਹੈ। ਗੁਰਮੀਤ ਸਿੰਘ ਜੀ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਹੈ ਵੀ ਉਹ ਖਾੜਕੂ ਰਹੇ ਆ ਉਸ ਟਾਈਮ ਦੇ ਉੱਤੇ, ਅਤੇ ਉਹਨਾਂ ਨੇ ਕ੍ਰਾਈਮ 'ਚ ਇਨਵੋਲਵ ਰਹੇ, ਕਈ ਕਤਲਾਂ 'ਚ ਇਨਵੋਲਵ ਰਹੇ। ਤੁਸੀਂ ਇਹ 'ਤੇ ਕੀ ਕਹਿੰਦੇ? ਜੋ ਖਬਰ ਵੀ ਛਪੀ ਹੈ ਉਸ ਦੌਰਾਨ 90-91 ਜਦੋਂ ਇਨਕਾਊਂਟਰ ਹੁੰਦਾ ਹੈਗਾ, ਉਹਦੇ ਉੱਤੇ ਵੀ ਇਹੀ ਗੱਲ ਕਹੀ ਜਾਂਦੀ ਹੈ ਵੀ ਉਹ ਸਾਜ਼ਿਸ਼ ਘੜ ਰਹੇ ਸੀਗੇ ਜਾਂ ਉਹਨਾਂ ਦਾ 100 ਤੋਂ ਵੱਧ ਕੇਸਾਂ 'ਚ ਨਾਮ ਸੀਗਾ। ਬੇਨਤੀ ਇਹ ਹੈ ਜੀ, ਦੇਖੋ ਖਬਰ ਵੀ ਜਿਹੜੀ ਪ੍ਰੈਸ ਨੂੰ ਵੀ ਦੇਣੀ ਹੈ ਉਹ ਵੀ ਰਿਲੀਜ਼ ਪੁਲਿਸ ਨੇ ਹੀ ਕਰਨੀ ਹੈ, ਮੈਨੂਪੂਲੇਸ਼ਨ ਵੀ ਪੁਲਿਸ ਨੇ ਕਰਨੀ ਹੈ। ਦੇਖੋ ਜਿਹੜੇ ਇਨੋਸੈਂਟ ਦੀ ਆਪਾਂ ਗੱਲ ਕਰਦੇ, ਇਨੋਸੈਂਟ ਨੂੰ ਕਿਹੜਾ ਇਨੋਸੈਂਟ ਹੈ ਜਿਹਨੂੰ ਪੁਲਿਸ ਨੇ ਇਨੋਸੈਂਟ ਕਹਿ ਕੇ ਖਬਰ ਲਾਈ ਹੈ? ਇਹ ਤਾਂ ਆਪਣੇ ਵੱਲੋਂ ਇਹੀ ਪੱਖ ਦੱਸਦੇ ਆ ਕਿ ਬੜੇ, ਕਿਉਂਕਿ ਉਦੋਂ ਇੱਕ ਸਿਸਟਮ ਚੱਲਦਾ ਸੀ ਜੀ, ਇਨਾਮਾਂ ਦਾ ਅਤੇ ਤਰੱਕੀਆਂ ਦਾ ਸਿਸਟਮ ਚੱਲਦਾ ਸੀ। ਉਹ ਤਰੱਕੀ ਤਾਂ ਮਿਲੂਗੀ ਨਾ ਕਿ ਬਹੁਤ ਬੜਾ ਇਹ ਸ਼ੋਅ ਕਰੂਗੇ ਕਿਸੇ ਬੰਦੇ ਨੂੰ। ਹੁਣ ਅੱਗੇ ਆਪਾਂ ਦੇਖਦੇ ਹੀ ਹਾਂ ਜੀ ਕਿ ਕਿੱਡਿਆਂ ਨੂੰ ਇਹਨਾਂ ਨੇ ਸ਼ੋਅ ਕਰਿਆ ਅਤੇ ਕੱਖ ਹੈ ਵੀ ਕੁਛ ਨਹੀਂ ਸੀ। ਇਨਕਾਊਂਟਰ ਫੇਕ ਇਨਕਾਊਂਟਰ ਹੈ ਜੀ, ਫੇਕ ਇਨਕਾਊਂਟਰ ਤਾਂ ਇਹਨਾਂ ਨੇ ਬਹੁਤ ਕਰੇ, ਬਹੁਤ ਬੁਰੀ ਤਰ੍ਹਾਂ। ਤੁਸੀਂ ਪਿੱਛੇ ਇੰਟਰਵਿਊਆਂ ਵੀ ਦੇਖੀਆਂ ਇਹ ਲੋਕਾਂ ਦੀਆਂ ਕਿ ਇਹਦਾ ਜਿਹੜਾ ਮਤਲਬ ਜਾਹਲਪਣਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਿਆ ਹੈ। ਚਲੋ ਮੈਨੂੰ ਕਿਸੇ ਬੰਦੇ ਨੇ ਕਿਹਾ, ਮੈਨੂੰ ਕਹਿੰਦਾ ਵੀ ਜੇ ਸਮੇਤ ਸੈਣੀ
ਇਹ ਭਰਤੀ ਨਾ ਹੁੰਦਾ ਨਾ, ਕਹਿੰਦਾ ਇਹ ਦਾਊਦ ਦਾ ਬਾਪ ਹੁੰਦਾ ਆ ਕਿ ਐਡਾ ਕ੍ਰਿਮੀਨਲ, ਇਹਦਾ ਮਾਈਂਡ ਕ੍ਰਿਮੀਨਲ ਹੈ ਜੀ। ਇਹ ਕ੍ਰਿਮੀਨਲ ਮਾਈਂਡ ਬੰਦਾ ਆ ਕਿ ਮਤਲਬ ਇਹ ਨਹੀਂ ਹੈਗਾ। ਦੇਖੋ ਅਫਸਰ ਅੱਜ ਵੀ ਪੁਲਿਸ ਦੇ ਅਫਸਰ ਬਹੁਤ ਵਧੀਆ ਅਫਸਰ ਹੈਗੇ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਹ ਤਾਂ ਕ੍ਰਿਮੀਨਲ ਮਾਈਂਡ ਹੈ। ਇਹਦਾ ਤਾਂ ਇੱਥੇ ਤੱਕ ਅਸੀਂ ਜਿਵੇਂ ਸੁਣਦੇ ਰਹੇ ਵਿੱਚ, ਜਿਵੇਂ ਅਸੀਂ ਹੋਰ ਵੀ ਸੁਣਦੇ ਰਹੇ, ਜਦ ਵੀ ਸਾਨੂੰ ਪਤਾ ਸੀ ਜਿਵੇਂ ਕਿਸੇ ਦੀਆਂ ਹੱਡੀਆਂ ਟੁੱਟਦੀਆਂ ਕੁਛ ਹੁੰਦਾ ਏ, ਇਹਨੂੰ ਤਾਂ ਮਜ਼ਾ ਆਉਂਦਾ ਸੀ। ਇਹ ਤਾਂ ਉਹ ਚੀਜ਼ ਦਾ ਇੰਟਰਸਟ ਲੈਂਦਾ ਸੀ ਇਹਦਾ ਜਿੱਥੇ ਤੱਕ ਸਾਨੂੰ ਇਹ ਪਤਾ ਲੱਗੀ। ਤੁਸੀਂ 30 ਸਾਲਾਂ ਤੋਂ ਲੜਾਈ ਲੜ ਰਹੇ ਹੋ, ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਹੋ ਸਰਕਾਰੀ ਮਹਿਕਮਿਆਂ 'ਚ, ਜਾਂ ਸਮੇਤ ਸਿੰਘ ਸੈਣੀ ਦੇ ਖਿਲਾਫ ਜਾਂਚ ਹੋਣੀ ਚਾਹੀਦੀ ਹੈ ਵੀ ਇਹਨੇ ਕਿਵੇਂ ਮਾਰਿਆ ਗਿਆ ਗੁਰਮੀਤ ਸਿੰਘ, ਅਤੇ ਹੁਣ ਕਿੱਥੇ ਖੜੀ ਹੈ ਉਹ ਗੱਲ? ਕੀ ਤੁਸੀਂ ਲੇਟੈਸਟ ਵੀ ਕੋਈ ਕੰਪਲੇਂਟ ਦਿੱਤੀ ਹੈ? ਕੋਈ ਸਰਕਾਰ ਵੱਲੋਂ ਰਿਸਪੌਂਸ ਆਇਆ? ਹਾਂਜੀ, ਪਹਿਲਾਂ ਤਾਂ ਜਦ ਮੈਂ ਦੱਸਿਆ ਸੀ ਨਾ ਕਿ ਪਿੱਛੇ ਮੇਰੀ ਗੱਲ ਰਹਿ ਗਈ ਸੀ ਕਿ ਚਾਚਾ ਜੀ ਨੇ ਮੇਰੇ ਨੇ ਜਦ ਪੈਰਵਾਈ ਕਰੀ ਹੈ, ਜਦ ਤਾਂ ਦੇਖੋ ਜਦ ਇਹਨਾਂ ਨੇ ਦਬਕਾਤੇ, ਮੈਨੂੰ ਚੱਕ ਲਿਆ, ਉਹਨਾਂ ਨੇ ਕਹਿਤਾ, ਕਿਉਂਕਿ ਕੁਦਰਤੀ ਮੈਂ ਆ ਕੇ ਦੱਸਣਾ ਹੀ ਸੀ। ਮੈਨੂੰ ਪੁੱਛਿਆ ਹੀ ਹੈ ਬਜ਼ੁਰਗਾਂ ਨੇ ਕਿ ਕਿਆ ਮਤਲਬ ਕਿਵੇਂ ਹੈ, ਕਿਆ ਪੁੱਛ ਗਿੱਛ ਕਰਦੇ, ਅਤੇ ਮੈਂ ਦੱਸਿਆ, ਮੈਂ ਕਿਹਾ ਜੀ ਉਹ ਤਾਂ ਐਂ ਕਰਕੇ ਕਹਿ ਰਹੇ ਸੀ ਕਿ ਵੀ ਆਪਣਾ ਬਹਿ ਜਾਓ। ਚਾਚਾ ਜੀ ਟਿਕ ਕੇ ਬਹਿ ਗਏ। ਉਸ ਤੋਂ ਬਾਅਦ ਚਾਚਾ ਜੀ ਸਾਡੇ ਰਤਵਾੜਾ ਸਾਹਿਬ ਰਹਿੰਦੇ ਸੀ, ਗੁਰਦੁਆਰਾ ਸਾਹਿਬ। ਉਸ ਤੋਂ ਬਾਅਦ ਜੀ ਤੁਹਾਨੂੰ ਗੱਲ ਦੱਸੀਏ, ਚਾਚਾ ਜੀ ਦੀ ਵੀ ਚੜ੍ਹਾਈ ਹੋ ਗਈ, ਫਿਰ ਉਹਨਾਂ ਦੀ ਵੀ ਡੈਥ ਹੋ ਗਈ 3-4 ਸਾਲ ਬਾਅਦ, ਮੇ ਵੀ ਇੰਨੇ ਕਿ। ਅਤੇ ਉਸ ਤੋਂ ਬਾਅਦ ਇਹ DGP ਲੱਗ ਲਿਆ ਜੀ। ਫਿਰ ਵੈਸੇ ਨਹੀਂ ਹੌਸਲਾ ਪਿਆ। ਇਹ ਸਾਡਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਫਿਰ ਸਾਲ ਸਵਾ ਸਾਲ ਪਹਿਲਾਂ ਦੀ ਗੱਲ ਹੈ। ਇਹ ਗੁਰਮੀਤ ਪਿੰਕੀ ਹੈ, ਉਹਨੇ ਖੁਲਾਸੇ ਦੇ ਵਿੱਚ ਕਿਹਾ ਸੀ ਕਿ ਐਂ ਕਰਕੇ ਗੁਰਮੀਤ ਸਿੰਘ ਨੂੰ ਉੱਥੇ ਮਤਲਬ ਕਿ 45 ਸੈਕਟਰ, ਸਾਡੀ ਗੱਲ ਨੂੰ ਉਹਨਾਂ ਨੇ ਤਾਇਦ ਕਰਿਆ ਕਿ ਉੱਥੇ ਇਹਨਾਂ ਨੇ ਗੋਲੀਆਂ ਮਾਰੀਆਂ ਏ। ਨਾਲ ਉਹਨੇ ਇਹ ਵੀ ਮੈਂਸ਼ਨ ਕਰਿਆ ਕਿ ਉਹਨਾਂ ਨੂੰ ਫੜ ਵੀ ਸਕਦੇ ਸੀ। ਚਲੋ ਮੈਂ ਇਹ ਗੱਲ ਹੁਣ ਜਿਵੇਂ ਤੁਸੀਂ ਕਹੀ ਕਿ 100 ਤੋਂ ਵੱਧ ਲੜੀਂਦਾ ਜਾਂ ਕੁਛ ਹੈ ਜਾਂ ABC, ਜੋ ਵੀ ਕਹਿ ਰਹੀ ਪੁਲਿਸ ਨੇ ਮੈਨੂਪਲੇਟ ਜਿਹੜਾ ਕਰਿਆ ਏ, ਜੇ ਪੁਲਿਸ ਨੂੰ ਕੁਛ ਲੱਗਦਾ ਸੀ ਤਾਂ ਉਹਨੂੰ ਫੜਦੀ, ਉਹਨੂੰ ਫੜ ਕੇ ਪੁੱਛ ਗਿੱਛ ਕਰਦੀ। ਮਾਰਨ ਦਾ ਤਾਂ ਕੋਈ ਹੈ ਹੀ ਨਹੀਂ ਹੈ, ਮਾਰਨ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਜੇ ਉਹਨਾਂ ਨੂੰ ਲੱਗਦਾ ਇਹ ਵਿੱਚ ਕੋਈ ਪ੍ਰੋਬਲਮ ਹੈਗੀ ਸੀ ਤਾਂ ਉਹਨੂੰ ਪੁੱਛ ਗਿੱਛ ਕਰ ਲੈਂਦੇ। ਅਤੇ ਉਸ ਤੋਂ ਬਾਅਦ ਮੈਂ ਜੀ ਫਿਰ CM ਸਾਹਿਬ ਨੂੰ ਵੀ, PM ਸਾਹਿਬ ਨੂੰ, ਚੀਫ ਸੈਕਟਰੀ ਸੁਪਰੀਮ ਕੋਰਟ, ਹਾਈ ਕੋਰਟ, ਹੋਮ ਸੈਕਟਰੀ, ਅਤੇ ਸਾਰਿਆਂ ਨੂੰ ਜੀ ਮੈਂ SSP ਚੰਡੀਗੜ੍ਹ, ਮੈਂ ਸਭ ਨੂੰ ਦਰਖਾਸਤਾਂ ਦਈਆਂ। ਸਵਾ ਸਾਲ ਤੋਂ ਸਵਾ ਸਾਲ ਦੇ ਤਕਰੀਬਨ ਵਕਫਾ ਹੋ ਗਿਆ ਉਹ। ਅਤੇ ਉਹਦੇ ਵਿੱਚ ਉਦੋਂ ਤਾਂ ਕੁਛ ਮਤਲਬ ਕਾਰਵਾਈ ਨਹੀਂ ਹੋਈ ਸੀ। ਹੋਰ ਸਾਰੀਆਂ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ ਐਪਲੀਕੇਸ਼ਨ ਦੀ, ਨਾ ਪ੍ਰਧਾਨ ਮੰਤਰੀ ਸਾਹਿਬ ਦੀ ਹੋਈ ਹੈ, ਨਾ ਕਿਸੇ ਹੋਰ ਦੀ ਹੋਈ ਹੈ। ਅਤੇ ਮੁੱਖ ਮੰਤਰੀ ਪੰਜਾਬ ਜਿਹੜੀ ਮੈਂ ਆ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੀ ਹੈ ਜੀ, ਇਹਨਾਂ ਦੀ ਮੈਂ ਲਈ ਸੀ। ਇਹਨਾਂ ਦੀ ਮੇਰੀ ਰਿਕਮੈਂਡੇਸ਼ਨ ਹੋ ਕੇ ਇਹਨਾਂ ਦੀ ਜਾਂਚ ਲਈ ਇਹ ਡੇਟ ਨੂੰ ਇਹ ਮਤਲਬ ਇਹ ਹੋਮ ਸੈਕਟਰੀ ਤੋਂ ਮੇਰੀ ਆ ਗਈ ਸੀ ਜੀ ਰਿਕਮੈਂਡੇਸ਼ਨ ਹੋ ਕੇ। ਜਿਹੜੀ ਤੁਸੀਂ ਦਰਖਾਸਤ ਕੰਪਲੇਂਟ ਪਾਈ ਸੀ ਸਾਲ ਪਹਿਲਾਂ, ਉਹਦਾ ਜਵਾਬ ਤੁਹਾਨੂੰ ਆ ਗਿਆ ਪੰਜਾਬ ਸਰਕਾਰ ਵੱਲੋਂ? 4-5 ਮਹੀਨੇ ਪਹਿਲਾਂ ਤਕਰੀਬਨ ਆ ਗਿਆ ਸੀ ਹੋਮ ਵੱਲੋਂ, ਗ੍ਰਹਿ ਵਿਭਾਗ ਵੱਲੋਂ ਮੈਨੂੰ ਜਵਾਬ ਆ ਗਿਆ ਸੀ। ਉਸ ਤੋਂ ਬਾਅਦ 2-3 ਮਹੀਨੇ ਬਾਅਦ ਫਿਰ ਮੇਰਾ ਮੁੱਖ ਮੰਤਰੀ ਸਾਹਿਬ ਦਾ ਵੀ, ਉਹਨਾਂ ਨੇ ਵੀ ਮਤਲਬ ਕਿ ਇਹਦੀ ਜਾਂਚ ਕਰਨ ਦਾ ਕਿ ਦੱਸਿਆ ਦਾ ਕਿ ਆਪਣੀ ਤਰੀਕੇ ਜਾਂਚ ਹੋਵੇ। ਅਤੇ ਉਸ ਤੋਂ ਬਾਅਦ ਤਾਂ ਕੋਈ ਹਲੇ ਫਿਲਹਾਲ ਕਾਰਵਾਈ ਕੋਈ ਨਹੀਂ ਹੋਈ, ਅਤੇ ਕੋਈ ਉਹ ਤੋਂ ਬਾਅਦ ਦੀ ਕੋਈ ਕਾਰਵਾਈ ਨਹੀਂ। ਤੁਹਾਨੂੰ ਕਿਸੇ ਅਫਸਰ ਨੇ ਬੁਲਾਇਆ ਹੋਵੇ ਪੁੱਛ ਵਾਸਤੇ ਵੀ ਕੀ ਮਸਲਾ ਹੈ, ਕੀ ਮਾਮਲਾ ਹੈ, ਜਾਂ ਕਿਸੇ ਹੋਰ ਅਧਿਕਾਰੀ ਨੇ ਬੁਲਾਇਆ ਹੋਵੇ ਇਹ ਜਦੋਂ ਨਿਰਦੇਸ਼ ਆ ਗਏ? ਨਹੀਂ, ਹਲੇ ਕੋਈ ਨਹੀਂ ਹੋਈ ਹੈ ਜੀ। ਹਲੇ ਤਾਂ ਮੈਂ ਕਾਗਜ਼ਾਂ ਦੀ ਇਹ ਗੱਲ ਦੱਸਦਾ ਬਸ, ਕਿ ਕਾਗਜ਼ਾਂ ਵਾਲੀ ਇਹ ਕਾਗਜ਼ਾਂ ਤੱਕ ਹੀ ਹਲੇ ਤਾਂ ਮੈਂ ਸੀਮਤ ਹੈ। ਮਤਲਬ ਹਲੇ ਕਿਸੇ ਕਾਰਵਾਈ 'ਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਵਾਈ 'ਚ ਕਿਸੇ ਤਰੀਕੇ ਪਈ ਹੈ। ਤੁਸੀਂ ਲਹਿਦਾ ਕੰਪਲੇਂਟ ਵੀ ਕਰਨ ਦਾ ਸੋਚ ਰਹੇ ਹੋ? ਤੁਸੀਂ ਕਹਿ ਰਹੇ ਸੀਗੇ ਵੀ ਮੈਂ ਕੰਪਲੇਂਟ ਵੀ ਕਰੂੰਗਾ ਜਾ ਕੇ। ਹਾਂਜੀ, ਦੇਖੋ ਕੰਪਲੇਂਟ ਤਾਂ ਇਹ ਸੀ ਜੀ, ਕੰਪਲੇਂਟ ਨੂੰ ਅਸੀਂ ਅੱਜ ਵੀ ਲੱਗੇ ਅੱਜ ਵੀ ਮੈਂ ਮਤਲਬ ਆਪਣੇ ਬੜੇ ਸੀਨੀਅਰ ਵਕੀਲ ਹੈਗੇ ਆ, ਉਹਨਾਂ ਨਾਲ ਰਾਏ ਵੀ ਕਰਦਾ ਹਾਂ, ਉਹਨਾਂ ਨਾਲ ਚੱਲ ਵੀ ਰਹੀ ਹੈ। ਸਭ ਤੋਂ ਬੜੀ ਗੱਲ ਹੈ ਮੇਰੀ ਕੰਪਲੇਂਟ ਲਈ ਜੀ, ਦੇਖੋ ਕੰਪਲੇਂਟ ਲਈ ਸਾਰੇ ਸਾਨੂੰ ਪੇਪਰ ਚਾਹੀਦੇ ਆ, FIR ਦੀ ਕਾਪੀ ਹਰ ਇੱਕ। ਅਸੀਂ RTI ਦੇ ਥਰੂ ਅਸੀਂ ਸਾਰੇ ਪੇਪਰ ਮੰਗਾਏ ਆ। ਉਹਦੇ ਵਿੱਚ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਣ ਲੱਗਿਆ ਕਿ ਜ਼ਿਆਦਾ RTI ਦੇ ਅਸੀਂ ਸਾਰੇ ਪੇਪਰ ਮੰਗਾਏ ਆ ਉਹਨਾਂ ਨੇ, ਪੁਲਿਸ ਤੋਂ, ਥਾਣੇ ਤੋਂ।
ਅਸੀਂ ਸਾਰੇ ਪੇਪਰ ਮੰਗਾਏ, ਉਹਦੇ ਵਿੱਚੋਂ ਸਾਡੀ ਪੋਸਟਮਾਰਟਮ ਦੀ ਰਿਪੋਰਟ ਗਾਇਬ ਹੈ ਜੀ। ਜੀ ਤੁਸੀਂ ਪੁਰਾਣੀ FIR ਜਿਹੜੇ ਨਾਲ ਰਿਲੇਟਡ ਬਿਆਨ ਬਿਊਨ ਆਰਟੀਆਂ ਰਾਹੀਂ ਮੰਗੇ ਸੀਗੇ 90-91 ਵਾਲੇ ਕੇਸ ਵਾਲੇ ਗੁਰਮੀਤ ਸਿੰਘ ਵਾਲੇ, ਉਹਦੀ ਪੋਸਟਮਾਰਟਮ ਰਿਪੋਰਟ ਨਹੀਂ ਹੈਗੀ। ਉਹੀ ਦੱਸਣ ਲੱਗਿਆ ਜੀ, ਇਕੱਲਾ ਇਹ ਨਹੀਂ ਕਿ ਅਸੀਂ FIR ਦੀ ਕਾਪੀ ਮੰਗੀ ਹੈ, ਅਸੀਂ ਟੋਟਲ ਪੇਪਰ ਜਿੰਨੀ ਫਾਈਲ ਹੁੰਦੀ ਹੈ ਜਿਹਦੇ ਵਿੱਚ ਸਾਰਿਆਂ ਦੇ ਗਵਾਹ ਜਿੰਨੇ ਗਵਾਹ ਪਾਏ ਹੁੰਦੇ ਆ ਅਤੇ ਮੌਕੇ ਦੀ ਜਿਹੜੀ ਉਹ ਬਣਾਈ ਹੁੰਦੀ ਹੈ, ਨਕਸ਼ਾ ਬਣਾਇਆ ਹੁੰਦਾ, ਹਰ ਇੱਕ ਦੀ ਦਈ ਹੈ, ਉਹਦੇ 'ਚੋਂ ਹਰ ਇੱਕ ਪੇਪਰ ਮੈਨੂੰ ਮਿਲਿਆ ਇਹ ਪੋਸਟਮਾਰਟਮ ਦੀ ਰਿਪੋਰਟ ਗਾਇਬ ਹੈ। ਉਹ ਤੋਂ ਬਾਅਦ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ, ਮੈਂ ਸਿੱਧੇ ਤੌਰ 'ਤੇ ਇਹ ਸੈਕਟਰ 16 ਚੰਡੀਗੜ੍ਹ ਜੀ, ਉੱਥੇ ਇਹਨਾਂ ਦਾ ਪੋਸਟਮਾਰਟਮ ਹੋਇਆ ਸੀ ਜੀ। ਉੱਥੇ ਪੋਸਟਮਾਰਟਮ ਹੋਇਆ, ਮੈਂ ਨਾ ਉਹ ਵੀ ਆਪਣੇ ਬਿਹਾਵ 'ਤੇ ਮੈਂ ਉਹਨਾਂ ਨੂੰ ਮੈਡੀਕਲ ਸੁਪਰਡੈਂਟ ਹੈ ਜੀ ਸੈਕਟਰ 16, ਮੈਂ ਉਹਨਾਂ ਨੂੰ ਆਪਣੇ ਬਿਹਾਵ 'ਤੇ ਦੇ ਕੇ ਆਇਆ ਕਿ ਵੀ ਮੈਨੂੰ ਆਹ ਪੋਸਟਮਾਰਟਮ ਦੀ ਰਿਪੋਰਟ ਚਾਹੀਦੀ ਹੈ। ਅਤੇ ਮੈਂ ਤੁਹਾਨੂੰ ਆਹ ਪੇਪਰ ਦਿਖਾ ਵੀ ਦਿੰਦਾ, ਉਹਨਾਂ ਨੂੰ ਆਹ ਮੈਂ ਦੇਖੀ ਆਇਆ ਜੀ ਮੈਂ ਸਾਰੀ, ਕਿ ਮੈਨੂੰ ਇਹ ਮੈਂ ਦੇਤੀ ਜੀ, ਇਹ ਮੈਂ ਦੇਈ ਹੈ ਜੀ 15/2/2020 ਨੂੰ, ਠੀਕ ਹੈ ਜੀ, 15/2/2020 ਨੂੰ ਮੈਂ ਇਹ ਦੇ ਕੇ ਆਇਆ ਉਹਨਾਂ ਨੂੰ। ਅਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਰੋਜ਼, ਮੈਂ ਇਹਨਾਂ ਦੇ ਰਾਬਤੇ 'ਚ ਰਿਹਾ, ਮੈਂ ਜਾਣਾ ਉੱਥੇ ਚੰਡੀਗੜ੍ਹ, ਕਿਉਂਕਿ ਰੋਪੜ ਤੋਂ ਮੈਂ ਤਕਰੀਬਨ ਲਾਓ ਜੀ ਕਿ ਹਫ਼ਤੇ 10 ਦਿਨ ਬਾਅਦ ਜਾਂਦਾ ਸੀ, ਪੈਰਵਾਈ ਮੈਂ ਪੂਰੀ ਕਰੀ, ਮੈਨੂੰ ਕੋਈ ਉਹਨਾਂ ਨੇ ਪੱਲਾ ਨਹੀਂ ਫੜਾਇਆ। ਉਸ ਤੋਂ ਬਾਅਦ ਆਹ ਨੋਟ ਲਿਖ ਕੇ ਇੱਕ ਮੈਨੂੰ ਉਹਨਾਂ ਨੇ ਦੇਤਾ, ਕਹਿੰਦੇ ਜੀ ਮਤਲਬ ਵਰਬਲੀ ਇਹ ਮੈਂ ਹਲੇ ਉਹਨਾਂ ਨੇ ਮਤਲਬ ਇਹ ਮੈਨੂੰ ਕਿਹਾ ਹੈ ਕਿ ਜੀ ਜਿਹੜੇ ਡਾਕਟਰ ਨੇ ਉਦੋਂ ਪੋਸਟਮਾਰਟਮ ਕਰਿਆ ਸੀ ਉਦੋਂ ਉਹ ਨਾਲੇ ਆਪਣੇ ਪੋਸਟਮਾਰਟਮ ਦੀ ਰਿਪੋਰਟ ਲੈ ਗਏ। ਪਹਿਲਾਂ ਤਾਂ ਮੈਂ ਇਹ ਹੈਰਾਨ ਹੈ ਕਿ ਨਾਲ ਕਿੱਥੇ ਦਾ ਇਹ ਜੀ, ਕਿੱਥੇ ਕਿ ਪੋਸਟਮਾਰਟਮ ਦੀ ਕੋਈ ਰਿਪੋਰਟ, ਉਹ ਵੀ ਸੈਕਟਰ 16 ਵਰਗੇ ਜਿਹੜੇ ਐਡੇ ਬੜੇ ਹੌਸਪੀਟਲ ਹੈ, ਕਿ ਉਹਨਾਂ ਦੀ ਰਿਪੋਰਟਾਂ ਨਾਲ ਕਿਵੇਂ ਲੈ ਜਾਂਦੀ ਆ। ਉਸ ਤੋਂ ਬਾਅਦ ਮੇਰੀ ਕੋਈ ਉੱਥੇ ਸੁਣਵਾਈ ਨਹੀਂ ਹੋਈ। ਅਤੇ ਮੈਂ ਇਹ ਦੱਸਣਾ ਚਾਹੁੰਦਾ ਜੀ ਕਿ ਇਹਨਾਂ ਦੀ ਮੇਨ ਤਾਂ ਇਹੀ ਸੀ ਕਾਰਨ, ਮੈਂ ਜਿਹੜੀ ਗੱਲ ਦਾ ਕਹਿਣਾ ਕਿ ਜਦ ਇਹਦੀ ਜ਼ਮਾਨਤ ਹੁਣ ਇੱਕ ਦਿਨ 'ਚ ਹੀ ਹੋ ਗਈ, ਇਹ ਮੈਨੂੰ ਪਲੇਟ ਤਾਂ ਇਹਦੀ ਐਡੀ ਤਕੜੀ ਹੈ ਸੈਣੀ ਦੀ, ਇਹਨੇ ਮਤਲਬ ਕਿਸੇ ਤਰੀਕੇ ਕਾਗਜ਼ ਕੋਈ ਕਿਸੇ ਨੂੰ ਲੱਭਣੇ ਨਹੀਂ ਦੇਣਾ ਜੀ। ਇਹ ਮਤਲਬ ਪ੍ਰੋਬਲਮ ਤਾਂ ਇੱਥੇ ਆ ਕੇ ਹੀ ਖੜੀ ਹੁੰਦੀ ਹੈ, ਜਦ ਤੱਕ ਇਹਨੂੰ ਚੱਕ ਕੇ ਅੰਦਰ ਨਹੀਂ ਕਰਦੇ, ਜਦ ਤੱਕ ਕੋਈ ਕੰਪਲੇਨੈਂਟ ਕਰੂਗਾ ਕਿਆ, ਉਹਨੂੰ ਪੇਪਰ ਨਹੀਂ ਮਿਲਣੇ। ਪੇਪਰ ਸਾਰੇ ਪ੍ਰਸ਼ਾਸਨ ਨੇ ਦੇਣੇ, ਪ੍ਰਸ਼ਾਸਨ ਪਰ ਅੱਜ ਵੀ ਇਹਦੀ ਪੁਲਿਸ ਪਰ ਗ੍ਰਿਪ ਹੈ, ਪੁਲਿਸ ਹੀ ਤਾਂ ਡਰਦੀ ਹੈ, ਅੱਜ ਦੇ ਟਾਈਮ ਵੀ ਡਰਦੀ ਹੈ, ਚਾਹੇ ਕਹੇ ਨਾ ਕਹੇ ਜੀ, ਪੁਲਿਸ ਡਰਦੀ ਹੈ। ਇੱਥੇ ਤੇ ਤੁਸੀਂ ਦੇਖ ਲਿਆ ਕਿ ਰਾਤ ਨੂੰ 8 ਵਜੇ ਇਹ ਪਹੁੰਚ ਰਿਹਾ ਹੈ, ਇਹ ਵਿਜੀਲੈਂਸ ਦਾ ਮੁਖੀ ਰਿਹਾ ਜੀ, ਇਹਨੂੰ ਇਹ ਨਹੀਂ ਪਤਾ ਕਿ 8 ਵਜੇ ਕਿਹੜਾ ਟਾਈਮ ਹੈ ਜੀ, 8 ਵਜੇ ਇਹਨੂੰ ਇਹ ਚੀਜ਼ ਨਹੀਂ ਪਤਾ ਹੈਗੀ, ਇਹਨੂੰ ਸਭ ਪਤਾ ਆ, ਸਾਰੀਆਂ ਗੇਮਾਂ ਦਾ ਇਹਨੂੰ ਪਤਾ ਕਿ ਕਿੱਥੇ ਖੇਡਣੀਆਂ ਹੈਗੀਆਂ। ਅਤੇ ਅਫਸਰ ਕਿਹੜੇ ਤੇ, ਇੱਕ DG ਰਿਟਾਇਰ ਆ ਰਿਹਾ ਹੈ, ਕੋਈ ਅਫਸਰ ਹੈ ਹੀ ਨਹੀਂ, ਤਾਂ ਅਫਸਰ ਸਾਰੇ ਡਰਦੇ ਆ ਇਹ 'ਤੇ। ਜੇ ਦੁਆਣੀ ਵੀ ਆ ਇਹਨਾਂ ਨੇ ਦੇਖੀ ਜਾਇਓ, ਮੈਨੂੰ ਤਾਂ ਜਿੱਥੇ ਕਿ ਤੱਕ ਮੈਨੂੰ ਆਸ ਹੈਗੀ ਹੈ, ਮੈਨੂੰ ਇਹ ਵੀ ਆਸ ਹੈ ਕਿ ਬਲੀ ਕਿਸੇ ਵਿੱਚ ਛੋਟੇ ਅਫਸਰ ਦੀ ਚੜ੍ਹਾ ਦੇਣੀ ਹੁਣ ਇਹਨਾਂ ਨੇ। ਇਹ ਤਾਂ ਭੈ ਦਾ ਮਾਹੌਲ ਹੋਰ ਪੈਦਾ ਕਰਿਆ, ਇਹਨੇ ਡਰਾਇਆ ਹੈ ਲੋਕਾਂ ਨੂੰ, ਇਹਨੇ ਇਹ ਚੀਜ਼ ਨਾਲ ਅਫਸਰਾਂ ਨੂੰ ਵੀ ਡਰਾਇਆ ਹੈ ਕਿ ਜਿਹੜਾ ਮੇਰੇ ਨਾਲ ਪੰਗਾ ਲਊਗਾ ਮੈਂ ਉਹਦਾ ਇੱਥੇ ਤੱਕ ਜਾਊਂਗਾ। ਦੱਸੋ, ਜਦੋਂ ਤੁਹਾਨੂੰ ਸੁਮੇਧ ਸਿੰਘ ਸੈਣੀ ਨੇ ਚੱਕਿਆ ਸੀਗਾ, ਇੰਟਰੋਗੇਟ ਕੀਤਾ, ਉਹਦੇ ਬਾਰੇ ਦੱਸੋ, ਉਦੋਂ ਕੀ ਵਾਰੀ ਉਹ ਸਵਾਲ ਪੁੱਛਦਾ ਸੀ, ਜਿੰਨਾ ਵੀ ਤੁਸੀਂ ਕੰਫਰਟੇਬਲੀ ਸਾਨੂੰ ਦੱਸ ਸਕਦੇ ਹੋ, ਕਿਉਂਕਿ ਉਦੋਂ ਤਾਂ ਪਾਵਰ 'ਚ ਸੀ ਨਾ ਸੁਮੇਧ ਸਿੰਘ ਸੈਣੀ, ਉਦੋਂ ਪਾਵਰ ਸੀਗਾ, ਉਦੋਂ ਕੀ ਡਰਾਵੇ ਦਿੱਤੇ ਗਏ ਤੁਹਾਨੂੰ? ਦੇਖੋ ਜੀ, ਜਦ ਮੈਨੂੰ ਲੈ ਕੇ ਗਏ ਤਕਰੀਬਨ ਲਾ ਲਓ ਜੀ, ਇਹ ਸੈਕਟਰ 11 'ਚ CIA ਹੈ ਜੀ, ਸੈਕਟਰ 11 ਵਿੱਚ CIA ਹੈ, ਮੈਨੂੰ ਉੱਥੇ ਲੈ ਗਏ ਸੀ। ਇਹ ਮੈਨੂੰ ਜਿਸ ਦਿਨ ਲੈ ਕੇ ਗਏ ਉਹ ਤੋਂ ਥੋੜ੍ਹੇ ਦਿਨਾਂ ਬਾਅਦ ਇਹ ਆਇਆ, ਇਹਨੇ ਆ ਕੇ ਬੁਲਾਇਆ ਮੈਨੂੰ, ਆ ਕੇ ਜਿਹੜੇ SHO ਅਤੇ ਹਵਾਲਾ 'ਚ ਮੈਂ ਬੰਦ ਤਾ, ਅਤੇ ਮੈਨੂੰ ਆ ਕੇ ਉਹਨੇ ਕਿਹਾ ਵੀ ਸਾਹਿਬ ਨੇ ਬੁਲਾਇਆ, ਕਮਰੇ ਜੇ 'ਚ ਲੈ ਗਿਆ। ਕਮਰੇ ਲੈ ਕੇ ਜਦ ਮੈਂ ਅੰਦਰ ਗਿਆ, ਅੰਦਰ ਜਾਂਦੇ ਸਾਰੇ ਮੈਨੂੰ ਇਹਨੇ ਆਪ ਖੁਦ, ਇਹਨੇ ਸੁਮੇਧ ਸੈਣੀ ਨੇ ਮੈਨੂੰ ਆਪ ਕਿਹਾ, ਕਹਿੰਦਾ ਵੀ ਕੱਪੜੇ ਉਤਾਰ, ਮਤਲਬ ਪੁੱਛ ਗਿੱਛ ਨਹੀਂ ਕੋਈ, ਤੁਸੀਂ ਕਹਿੰਦੇ ਕਿ ਪੁੱਛਿਆ ਆ, ਪੁੱਛਣ ਵਾਲਾ ਤਾਂ ਕੰਮੇ ਨਹੀਂ, ਤਾਂ ਕਹਿੰਦਾ ਕੱਪੜੇ ਉਤਾਰ ਇਹ ਮੈਨੂੰ ਲਾ ਕੇ। ਨਾਲੇ ਪਹਿਲੀ ਵਾਰ ਮੇਰੇ ਨਾਲ ਇਹ ਹੈ ਸੀ ਜੀ ਕਿ ਮਤਲਬ ਛੋਟਾ ਸੀ ਮੈਂ, ਅਤੇ ਇਹਨੇ ਇੰਨਾ ਕੁ ਮਤਲਬ ਦਹਿਸ਼ਤ ਦਾ ਮਾਹੌਲ ਉੱਥੇ ਕ੍ਰੀਏਟ ਕਰਿਆ, ਇਹਨੇ ਇੰਨਾ ਮੇਰੀ ਇੰਟੈਰੋਗੇਸ਼ਨ ਕਰੀ, ਚੱਡੇ ਪਾੜੇ ਮੇਰੇ ਉਹ ਕਰੀ ਮੇਰੇ ਨਾਲ। ਉਸ ਤੋਂ ਬਾਅਦ ਇਹਨੇ ਫਿਰ ਮੈਨੂੰ ਆਪ ਕਿਹਾ ਹੈ, ਮੈਨੂੰ ਕਹਿੰਦਾ ਵੀ ਮੈਂ ਮਾਰਿਆ ਏ, ਕਹਿੰਦਾ ਤੇਰਾ ਭਾਈ, ਮਤਲਬ ਅਕਸ਼ਾਣੇ ਵਾਲੀ ਵੀ ਇਹਨੇ ਮੈਨੂੰ ਗੱਲ ਕਰੀ ਕਿ ਵੀ ਮੈਂ ਮਾਰਿਆ ਤੇਰਾ ਭਾਈ। ਅਤੇ ਉਸ ਤੋਂ ਬਾਅਦ ਮੈਨੂੰ ਇਹਨੇ ਫਿਰ ਕਿਹਾ ਕਿ ਵੀ ਗੱਲ ਸੁਣ ਕੇ ਇੱਕ ਤਾਂ ਤੇਰਾ ਗਿਆ,
ਇੱਕ ਤਾਂ ਤੇਰਾ ਭਾਈ ਤਾਂ ਚਲ ਗਿਆ, ਹੁਣ ਆਪਣੇ ਬੁੜੇ ਨੂੰ ਕਹਿੰਦਾ ਸਮਝਾ ਦੀ ਕਿ ਜੇ ਤਾਂ ਬਹਿਣਾ ਟਿਕ ਕੇ ਤਾਂ ਬਹਿ ਜਾਵੇ, ਕਿਉਂਕਿ ਉਹ ਥੋੜ੍ਹੀ ਪੈਰਵਾਈ ਕਰਦੇ ਸੀ ਜੀ। ਕਿਉਂਕਿ ਅਸੀਂ ਇਹੀ ਸੀ ਕਿ ਵੀ ਫੇਕ ਇਨਕਾਊਂਟਰ ਹੋਇਆ ਏ। ਅਤੇ ਉਸ ਤੋਂ ਬਾਅਦ ਫਿਰ ਜੀ ਨੇ ਕੁਛ ਦਿਨਾਂ ਬਾਅਦ ਮੈਨੂੰ ਛੱਡ ਦਿੱਤਾ ਆ। ਉਸ ਤੋਂ ਬਾਅਦ ਫਿਰ ਮੈਂ ਆ ਕੇ ਘਰ ਦੱਸਿਆ ਹੀ ਹੈ, ਤੁਹਾਨੂੰ ਪਿੱਛੇ ਮੈਂ ਦੱਸੀ ਹੈ ਸਾਰੀ ਗੱਲ ਕਿ ਇਸ ਤਰ੍ਹਾਂ ਇਹ ਮੇਰੇ ਨਾਲ ਹੋਇਆ ਏ। ਪਰ ਪਤਾ ਨਹੀਂ ਕਿੰਨੇ ਕੁ ਹੈ ਜੀ, ਹਲੇ ਤਾਂ ਬੰਦੇ ਬਹੁਤ ਖਪਾਤੇ ਜੀ। ਇਹ ਤਾਂ ਅਸੀਂ ਗੱਲ ਕਰਦੇ, ਮੈਂ ਤਾਂ ਬੋਲਦਾ ਏ, ਅੱਜ ਤਾਂ ਬੰਦੇ ਬੋਲਦੇ ਵੀ ਨਹੀਂ ਹੈਗੇ। ਅੱਜ ਤੋਂ ਸਾਲ ਪਹਿਲਾਂ ਕੋਈ ਬੋਲ ਕੇ ਵੀ ਰਾਜੀ ਨਹੀਂ ਹੈਗਾ। ਹੁਣ ਮੈਂ ਕੋਈ ਇਹੋ ਜਿਹਾ ਬੰਦਾ ਹੈ, ਹੁਣ ਤੁਸੀਂ ਜਾਹਲਪਣਾ ਇਹਨਾਂ ਦਾ ਇੱਥੇ ਤੋਂ ਦੇਖ ਸਕਦੇ ਆ ਜੀ। ਦੇਖੋ ਜੋ ਅਸੀਂ ਮਤਲਬ ਉਹਦੇ 'ਚੋਂ ਇੰਟਰਵਿਊਆਂ 'ਚ ਅਸੀਂ ਸੁਣਿਆ ਆ, ਜੋ ਸੁਣੀ ਹੈ, ਸਾਡੇ ਇੱਥੇ ਨਾਲ ਲੱਗਦਾ ਪਿੰਡ ਹੈ ਜੀ ਬਲਵਿੰਦਰ ਜਟਾਣਾ ਹੈ, ਬਲਵਿੰਦਰ ਸਿੰਘ ਤਾਂ ਜਟਾਣੇ ਪਿੰਡ ਦਾ। ਉਹਦੇ ਦੇਖੋ ਸਿਰਫ ਇਹਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੇ ਉੱਥੇ ਉਹ ਜਦ ਪਿੱਛੇ ਕੋਈ ਉਦੋਂ ਧਮਾਕਾ ਵੀ ਹੋਇਆ ਸੀ ਉਸ ਵਿੱਚ। ਹਾਂਜੀ ਹਾਂਜੀ, ਨਹੀਂ ਮੌੜ ਮੰਡੀ ਨਹੀਂ ਜੀ, ਪਹਿਲਾਂ ਹੀ ਪੁਰਾਣੀ ਗੱਲ ਹੈ ਜੀ 91 ਦੀ, ਸਮੇਂ ਸੈਣੀ 'ਤੇ ਹੋਇਆ ਸੀ। ਅਤੇ ਉਹਦੇ ਵਿੱਚ ਦੇਖੋ ਜੀ, ਉਹਦੇ ਵਿੱਚ ਇਹਨੇ ਕਿਆ ਕਰਿਆ ਏ। ਹੁਣ ਪਹਿਲਾਂ ਇਹ ਕਿ ਮਤਲਬ ਜੋ ਅਸੀਂ ਉਹਦੇ 'ਚੋਂ ਸੁਣਦੇ ਹਾਂ, ਇੰਟਰਵਿਊਆਂ ਸੁਣੀਆਂ ਏ, ਕਿ ਉਹ ਕਰਿਆ ਵੀ ਸ਼ਾਇਦ ਮੈਨੂੰ ਲੱਗਦਾ ਇੰਟਰਵਿਊਆਂ ਦੇ ਹਿਸਾਬ ਨਾਲ ਹੋਰ ਨਹੀਂ ਕਰਿਆ ਸੀ। ਉਹ ਬਲਵਿੰਦਰ ਜਟਾਣੇ ਦਾ ਸਾਰਾ ਟੱਬਰੇ ਇਹਨੇ ਫਕਵਾਤਾ ਪੂਲੇ ਤੋਂ। ਹੁਣ ਇਹ ਪਤਾ ਕਿਆ ਜੀ, ਇਹ ਗੈਪ ਲੈ ਕੇ ਕੰਮ ਕਰਦਾ, ਇਹ ਇਸ ਤਰ੍ਹਾਂ ਨਹੀਂ ਕੰਮ ਕਰਦਾ। ਇਹ ਸਿੱਧਾ ਹੁਣ ਆਪ ਕਹਿ ਦਿੰਦਾ ਵੀ ਮੈਂ ਤਾਂ ਕਰਾਇਆ ਨਹੀਂ। ਪੂਲਾ ਕੌਣ ਸੀ, ਕਿਹੜਾ ਨਹੀਂ ਜਾਣਦਾ ਕਿ ਪੂਲਾ ਕਿਹਦਾ ਬੰਦਾ ਤਾ। ਸਾਰਾ ਟੱਬਰ, ਈਵਨ ਜੇ ਛੋਟੇ ਛੋਟੇ ਨਿਆਣੇ ਵੀ, ਤੇ ਮੈਨੂੰ ਲੱਗਦਾ 5-7 ਸਾਲ ਦਾ ਨਿਆਣਾ ਸੀ, ਉਹਨੂੰ ਵੀ ਚੱਕ ਕੇ ਵੀ ਵਿੱਚ ਸਿੱਟ ਕੇ, ਉਹਨੂੰ ਰਜਾਈਆਂ ਸਿੱਟ ਕੇ, ਉੱਥੇ ਗੱਦੇ ਸਿੱਟ ਕੇ ਉਹਨੂੰ ਅੱਗ ਲਾਈ ਹੈ। ਇਹ ਕੋਈ ਬੰਦਾ ਹੈ ਜੀ, ਇਹ ਤਾਂ ਜਾਹਲ ਬੰਦਾ ਆ। ਅੱਜ ਜਾਂ ਥੋੜ੍ਹੀ ਜਿਹੀ ਪਈ ਹੈ ਇਹਦੇ ਪਰ, ਹੁਣ ਇਹਨੂੰ ਆਪ ਪਤਾ ਲੱਗਦਾ ਹੈ। ਅਤੇ ਸਰਕਾਰਾਂ ਦੀ ਵੀ ਮੇਰੀ ਤਾਂ ਇਹੀ ਬੇਨਤੀ ਹੈ ਕਿ ਇਹ ਚੱਕਰਾਂ 'ਚ ਨਾ ਪਾਓ ਕਿ ਉਹਦਾ ਹੈ ਉਹਦਾ ਹੈ। ਇਹ ਤਾਂ ਇਹ ਹੈ ਕਿ ਮੇਰੀ ਤਾਂ ਹੱਥ ਜੋੜ ਕੇ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਹ ਬੰਦਾ ਨਹੀਂ ਹੈਗਾ, ਇਹ ਤਾਂ ਬੁੱਚੜ ਹੈ। ਇਹਨੂੰ ਚੱਕ ਕੇ ਜਦ ਤੱਕ ਤੁਸੀਂ ਅੰਦਰ ਕਰਦੇ ਨਹੀਂ ਹੈ, ਜਦ ਤੱਕ ਨਹੀਂ ਕਿਸੇ ਨੇ ਕਿਸੇ ਤਰੀਕੇ ਕੋਈ ਪੈਰਵਾਈ ਕਰਨੀ ਹੈਗੀ, ਨਾ ਇਹਨੇ ਕਰਨ ਦੇਣੀ ਹੈ। ਤੁਹਾਨੂੰ ਸਰਕਾਰ ਤੋਂ, ਮੌਜੂਦਾ ਸਰਕਾਰ ਤੋਂ, ਉਹਨਾਂ ਦੇ ਆਪ ਦੇ ਵਜ਼ੀਰ, ਮੰਤਰੀ, ਵਿਧਾਇਕ ਜਿਹੜੇ ਹੈਗੇ ਆ, ਸਵਾਲ ਚੱਕ ਰਹੇ ਆ, ਤੁਹਾਨੂੰ ਕੋਈ ਆਸ ਹੈ ਮੌਜੂਦਾ ਸਰਕਾਰ ਤੋਂ? ਦੇਖੋ ਜੀ, ਆਸ ਤਾਂ ਹੁਣ ਗੱਲ ਹੈ 4.5 ਸਾਲ ਕੱਢਤੇ ਇਹਨਾਂ ਨੇ ਵੀ। ਆਸ ਦੀ ਤਾਂ ਆਪਾਂ ਗੱਲ ਕਹੀ ਹੈ ਜੀ, ਰਾਹ ਕਿਹੜੇ ਨਹੀਂ ਹੁੰਦੇ। ਜੇ ਸੀਰੀਅਸ ਹੋ ਤਾਂ ਸਾਰੀ ਰਾਹ ਹੈ, ਜੇ ਨੌਨ ਸੀਰੀਅਸ ਹੈ ਤਾਂ ਕੋਈ ਰਾਹ ਨਹੀਂ ਹੈ ਜੀ। ਨੌਨ ਸੀਰੀਅਸ ਤਾਂ ਕੋਈ ਰਾਹ ਨਹੀਂ ਹੈ। ਚਲੋ ਸਾਡਾ ਫੇਰ ਵੀ ਥਾ ਕਿ ਕੋਈ ਗੱਲ ਨਹੀਂ, ਜੇ ਲੇਟ ਆਏ ਫਿਰ ਵੀ ਕੋਈ ਗੱਲ ਨਹੀਂ ਸੀ। ਇਹਨੂੰ ਫੜਿਆ ਜਾਂ ਪਰਸੋਂ ਸਾਨੂੰ ਬੜੀ ਖੁਸ਼ੀ, ਸਾਨੂੰ ਆਮ ਲੋਕਾਂ ਨੂੰ ਬੜੀ ਖੁਸ਼ੀ ਹੋਈ। ਅਸੀਂ ਤਾਂ ਚਲੋ ਸੰਤਾਪ ਹੰਢਾਏ ਵੇ, ਸਾਡੇ ਵਰਗੇ ਕਹੇ ਜੇ ਹੋਣੇ ਕਈ, ਅਸੀਂ ਤਾਂ ਚਲੋ ਮੂਹਰੇ ਆਏ ਵੀ ਹਾਂ, ਕਈ ਅੰਦਰ ਬੈਠੇ ਆ, ਉਹਨਾਂ ਨੇ ਵੀ ਖੁਸ਼ੀਆਂ ਮਨਾਈਆਂ ਕਿਉਂਕਿ ਸਾਡੇ ਆਈ ਗਏ ਕੋਈ ਕਿਸੇ ਤਰੀਕੇ ਮਤਲਬ ਜਿਵੇਂ ਮਤਲਬ ਐਂ ਸੀ ਕਿ ਬਹੁਤ ਬੜੀ ਪ੍ਰਾਪਤੀ ਹੋਈ ਹੁੰਦੀ ਐ ਲੋਕਾਂ ਦੇ ਵਿੱਚ ਸੀ ਕਿ ਲੈ ਵੀ ਸਰਕਾਰ ਨੇ ਮਤਲਬ ਲੇਟ ਆਏ ਮਤਲਬ ਪਰ ਸਹੀ ਪਾਸੇ ਆਏ ਆ। ਪਰ ਨਾਲ ਲੱਗਦੀ ਖੁਸ਼ੀ ਦਾ ਤਾਂ ਹਲੇ ਕਹਿਣਾ ਹਲੇ ਤਾਂ ਕੁਛ ਹੋਇਆ ਵੀ ਨਹੀਂ ਜਦ ਹੀ ਉਹਦੀ ਜ਼ਮਾਨਤ ਵੀ ਹੋ ਗਈ। ਇਹ ਪਤਾ ਨਹੀਂ ਤਾਂ ਖੇਲ ਤੀ ਜੀ, ਪਤਾ ਨਹੀਂ ਹੁਣ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਜੀ। ਰਣਜੀਤ ਸਿੰਘ ਜੀ, ਪ੍ਰੋ ਪੰਜਾਬ ਟੀਵੀ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀਗੇ ਰਣਜੀਤ ਸਿੰਘ, ਜਿਨ੍ਹਾਂ ਨੇ ਦੱਸਿਆ ਵੀ ਕਿਵੇਂ ਉਹ 30 ਸਾਲ ਹੋ ਗਏ ਨੇ ਸਰਕਾਰਾਂ ਦੇ ਗੇੜੇ ਕੱਢ ਰਹੇ ਨੇ, ਸਰਕਾਰੀ ਅਫਸਰਾਂ ਦੇ ਗੇੜੇ ਕੱਢ ਰਹੇ ਆ। ਹੁਣ ਜਾ ਕੇ ਕਿਤੇ ਉਹਨਾਂ ਨੂੰ ਮਾੜੀ ਜਿਹੀ ਉਮੀਦ ਆਈ ਸੀਗੀ, ਆਸ ਵੱਜੀ ਸੀ ਵੀ ਸ਼ਾਇਦ ਉਹਨਾਂ ਨੂੰ ਵੀ ਨਿਆਂ ਮਿਲੂਗਾ ਜਿਹੜੇ ਕੇਸ ਦੀ ਉਹ ਪੈਰਵਾਈ ਕਰ ਰਹੇ ਆ ਜਾਂ ਲੜਨਾ ਚਾਹ ਰਹੇ ਆਪਣੇ ਭਰਾ ਦਾ, ਵੱਡੇ ਭਰਾ ਦਾ, ਗੁਰਮੀਤ ਸਿੰਘ ਦਾ। ਸਮੇਂ ਸਿੰਘ ਸੈਣੀ ਨੂੰ ਬੇਲ ਮਿਲੀ, ਉਸ ਤੋਂ ਬਾਅਦ ਇਹਨਾਂ ਦੀ ਆਸ ਟੁੱਟੀ ਹੈ ਕਿਤੇ ਨਾ ਕਿਤੇ। ਇਹਨਾਂ ਨੇ ਸਰਕਾਰ 'ਤੇ ਵੀ ਸਵਾਲ ਚੱਕੇ ਨੇ। ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।